ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਜੋ ਸਾਡਾ ਟੌਪਿਕ ਹੈ ਉਹ ਹੈ ਇਲੈਕਟ੍ਰਿਕ ਡਿਸਚਾਰਜ ਮਸ਼ੀਨਿੰਗ, ਜਿਸ ਨੂੰ ਅਸੀਂ EDM ਕਹਿੰਦੇ ਆ। ਇਲੈਕਟ੍ਰਿਕ ਡਿਸਚਾਰਜ ਜਿਹੜੀ ਮਸ਼ੀਨਿੰਗ ਹੈ ਇਸ ਦੇ ਹੋਰ ਵੀ ਨਾਮ ਹੈਗੇ ਨੇ, ਜਿਵੇਂ ਕਿ ਸਪਾਰਕ ਇਰੋਜ਼ਨ ਹੈ, ਇਲੈਕਟ੍ਰੋ ਇਰੋਜ਼ਨ ਹੈ, ਸਪਾਰਕ ਮਸ਼ੀਨਿੰਗ ਹੈ। ਸੋ ਇਹ ਪ੍ਰੋਸੈਸ ਬੇਸਿਕਲੀ ਇੱਕ ਮਟੀਰੀਅਲ ਰਿਮੂਵਲ ਦਾ ਪ੍ਰੋਸੈਸ ਹੈ, ਜਿਸ ਦੇ ਵਿੱਚ ਅਸੀਂ ਜੋ ਮਟੀਰੀਅਲ ਹੈ ਉਸ ਨੂੰ ਇਰੋਜ਼ਨ ਦੇ ਥਰੂ ਰਿਮੂਵ ਕਰਦੇ ਹਾਂ। ਜਦੋਂ ਸਾਡੇ ਕੋਲ ਟੂਲ ਤੇ ਵਰਕਪੀਸ ਦੋਨੋਂ ਹੀ ਕੰਡਕਟਿਵ ਮਟੀਰੀਅਲਸ ਹੋਣ ਔਰ ਉਹਨਾਂ ਦੇ ਇਨ ਬਿਟਵੀਨ ਜਦੋਂ ਅਸੀਂ ਕੁਝ ਕਰੰਟ ਸਪਲਾਈ ਕੀਤਾ ਤਾਂ ਉਸ ਦੌਰਾਨ ਜਦੋਂ ਸਪਾਰਕ ਜਨਰੇਟ ਹੋਊਗਾ ਤਾਂ ਉਸ ਦੇ ਦੁਆਰਾ ਆਪਣੇ ਕੋਲ ਮਟੀਰੀਅਲ ਦਾ ਮੈਟਲਸ ਦਾ ਇਰੋਜ਼ਨ ਸਟਾਰਟ ਹੋਊਗਾ। ਸੋ ਇਸ ਦੌਰਾਨ ਸਾਡੇ ਕੋਲ ਜਿਹੜੀ ਇਰੋਜ਼ਨ ਹੋਊਗੀ ਉਹ ਸਾਡੀ ਮਸ਼ੀਨਿੰਗ ਕਹਿਲਾਊਗੀ। ਇਸ ਕੇਸ ਦੇ ਵਿੱਚ ਜੋ ਸਾਡਾ ਟੂਲ ਹੈ ਉਸ ਨੂੰ ਅਸੀਂ ਕੈਥੋਡ ਬਣਾ ਦਿੱਤਾ ਔਰ ਜੋ ਵਰਕਪੀਸ ਹੈ ਉਸ ਨੂੰ ਅਸੀਂ ਐਨੋਡ ਬਣਾ ਦਿੱਤਾ। This process can be used to machine many materials which is an electrical conductor without considering its hardness। ਕਿ ਜਦੋਂ ਸਾਡੇ ਕੋਲ ਮਟੀਰੀਅਲਸ ਕੁਝ ਕੰਡਕਟਰਸ ਹੋਣ, ਕੰਡਕਟਿਵ ਮਟੀਰੀਅਲਸ ਹੋਣ ਔਰ ਉਹਨਾਂ ਦੀ ਹਾਰਡਨੈਸ ਉਹਨਾਂ ਨੂੰ ਇਫੈਕਟ ਨਾ ਕਰਦੀ ਹੋਵੇ ਤਾਂ ਉਸ ਦੌਰਾਨ ਆਪਾਂ ਇਸ ਪ੍ਰੋਸੈਸ ਨੂੰ ਯੂਜ਼ ਕਰ ਸਕਦੇ ਹਾਂ। ਕਹਿਣ ਦਾ ਮਤਲਬ ਇਹ ਚੀਜ਼ ਹੈ ਕਿ ਜਦੋਂ ਵੀ ਕਿਸੇ ਕੰਡਕਟਿਵ ਮਟੀਰੀਅਲਸ ਨੂੰ ਅਸੀਂ ਮਸ਼ੀਨ ਕਰਨਾ ਹੈ ਤਾਂ ਇਸ ਪ੍ਰੋਸੈਸ ਦੇ ਥਰੂ ਅਸੀਂ ਕਰ ਸਕਦੇ ਹਾਂ। ਉਸ ਦੀ ਹਾਰਡਨੈਸ ਉਸ ਦੇ ਆੜੇ ਨਹੀਂ ਆਉਂਦੀ। The rate of the material removal and the surface finish can be controlled by varying the energy and the duration of the spark discharge। ਕਿ ਜਿਹੜਾ ਮਟੀਰੀਅਲ ਰਿਮੂਵਲ ਰੇਟ ਹੈ ਜਾਂ ਉਸ ਦੀ ਸਰਫੇਸ ਫਿਨਿਸ਼ ਹੈ ਇਸ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਬਾਈ ਵੇਅਰਿੰਗ ਦਾ એનર્ਜੀ, ਕਿ ਕਿੰਨਾ ਅਸੀਂ ਕਰੰਟ ਉਹਨੂੰ ਸਪਲਾਈ ਕਰ ਰਹੇ ਹਾਂ ਔਰ ਕਿੰਨੀ ਦੇਰ ਤੱਕ ਉਸ ਦੇ ਅੰਦਰ ਅਸੀਂ ਸਪਾਰਕ ਜਿਹੜਾ ਹੈ ਉਹ ਜਨਰੇਟ ਕਰ ਰਹੇ ਹਾਂ। ਨੈਕਸਟ ਉਹ ਗੱਲ ਕਰ ਰਹੇ ਇਹਦੇ ਨਾਲ ਹੀ ਦ ਲਿਕੁਇਡ ਇਲੈਕਟ੍ਰਿਕ ਡਾਈਇਲੈਕਟ੍ਰਿਕ ਸਚ ਐਜ਼ ਪੈਰਾਫਿਨ ਔਰ ਲਾਈਟ ਆਇਲਸ, ਕਿ ਜਿਵੇਂ ਇਹਦੇ ਵਿੱਚ ਅਸੀਂ ਜੋ ਮੀਡੀਅਮ ਯੂਜ਼ ਕਰਨਾ ਹੈ ਜਿਹਨੂੰ ਅਸੀਂ ਡਾਈਇਲੈਕਟ੍ਰਿਕ ਲਿਕੁਇਡ ਕਹਿੰਦੇ ਹਾਂ, ਉਹ ਅਸੀਂ ਪੈਰਾਫਿਨ ਯੂਜ਼ ਕਰ ਸਕਦੇ ਹਾਂ ਜਾਂ ਲਾਈਟ ਆਇਲਸ ਯੂਜ਼ ਕਰ ਸਕਦੇ ਹਾਂ, ਜਿਹਦੇ ਵਿੱਚ ਅਸੀਂ ਟਰਾਂਸਫਾਰਮਰ ਦਾ ਆਇਲ ਹੋ ਗਿਆ, ਕੈਰੋਸੀਨ ਆਇਲ ਹੋ ਗਿਆ, ਉਹਨਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਇਹਨਾਂ ਤੋਂ ਇਲਾਵਾ ਕਈ ਵਾਰ ਇਹਨਾਂ ਦੇ ਵਿੱਚ ਅਸੀਂ ਸੋਲਿਡਸ ਜਾਂ ਗੈਸੀਅਸ ਡਾਈਇਲੈਕਟ੍ਰਿਕ ਵੀ ਯੂਜ਼ ਕਰ ਦਿੱਤੇ ਆ। ਨੈਕਸਟ ਤੁਸੀਂ ਸਾਹਮਣੇ ਸਕਰੀਨ ਦੇ ਉੱਤੇ ਕੰਪਲੀਟ ਸੈਟਅਪ ਦੇਖ ਪਾ ਰਹੇ ਹੋ ਔਰ ਉੱਤੇ ਹੈਡਿੰਗ ਵੀ ਲਿਖਿਆ ਹੋਇਆ ਬੇਸਿਕ EDM ਸਰਕਿਟ, ਕਿ ਇਸ ਪੂਰੇ ਸੈਟਅਪ ਦੇ ਵਿੱਚ ਅਸੀਂ ਇਹਦਾ ਸਰਕਿਟ ਦੇ ਬਾਰੇ ਸਮਝਣਾ ਕਿ ਕਿਹੜੇ ਕਿਹੜੇ ਕੰਪੋਨੈਂਟਸ ਅਸੀਂ ਇਹਦੇ ਵਿੱਚ ਯੂਜ਼ ਕੀਤੇ ਨੇ। ਸੋ ਗੱਲ ਕਰ ਰਹੇ ਕਿ ਇਸ ਸੈਟਅਪ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਲਾਇਆ ਹੈ, ਇੱਕ ਪਾਵਰ ਸੋਰਸ ਲਗਾਇਆ ਹੈ, ਪਾਵਰ ਸਪਲਾਈ ਲਗਾਈ ਹੈ। ਨੈਕਸਟ ਅਸੀਂ ਯੂਜ਼ ਕਰ ਰਹੇ ਹਾਂ ਡਾਈ ਇਲੈਕਟ੍ਰਿਕ ਮੀਡੀਅਮ, ਇੱਕ ਵਰਕ ਪੀਸ ਹੈ ਸਾਡਾ, ਦੂਸਰਾ ਟੂਲ ਹੈ, ਸਰਵੋ ਕੰਟਰੋਲਸ ਨੇ, ਸਪੀਡ ਰਿਡਕਸ਼ਨ ਗੀਅਰ ਬਾਕਸ ਨੇ ਐਂਡ ਰੈਕ ਐਂਡ ਪਿਨੀਅਨ ਫॉर ਟੂਲ ਫੀਡ, ਕਿ ਜਦੋਂ ਟੂਲ ਦੀ ਅਸੀਂ ਫੀਡ ਕਰਨੀ ਆ ਉੱਪਰ ਨੀਚੇ ਟੂਲ ਨੂੰ ਮੂਵ ਕਰਵਾਉਣਾ ਉਹਦੇ ਲਈ ਅਸੀਂ ਰੈਕ ਤੇ ਪਿਨੀਅਨ ਅਸੀਂ ਅਰੇਂਜਮੈਂਟ ਦਿੱਤਾ ਹੈ। ਉਹਦੇ ਨਾਲ ਹੀ ਸਾਡਾ ਇਲੈਕਟ੍ਰਿਕ ਸਰਕਟ ਹੈ ਫॉर ਜਨਰੇਟਿੰਗ ਡਿਸਚਾਰਜ, ਕਿ ਇਲੈਕਟ੍ਰਿਕ ਸਰਕਟ ਅਸੀਂ ਨਾਲ ਦਿੱਤਾ ਹੋਇਆ ਜਿਹਦੇ ਨਾਲ ਸਾਡਾ ਕੋਲ ਚਾਰਜ ਪ੍ਰੋਡਿਊਸ ਹੋਊਗਾ ਔਰ ਉਸ ਚਾਰਜ ਨੂੰ ਅਸੀਂ ਅੱਗੇ ਪ੍ਰੋਵਾਈਡ ਕਰਨਾ। ਔਰ ਇਸ ਪੂਰੇ ਸੈਟਅਪ ਦੇ ਵਿੱਚ ਨਾਲ ਹੀ ਉਹ ਗੱਲ ਕਰ ਰਿਹਾ, ਕਹਿੰਦਾ ਬੋਥ ਦਾ ਵਰਕਪੀਸ ਐਂਡ ਟੂਲ ਆਰ ਕਨੈਕਟਡ ਟੂ ਦਾ DC ਪਾਵਰ ਸਪਲਾਈ। ਇਸ DC ਪਾਵਰ ਸਪਲਾਈ ਦੇ ਨਾਲ ਅਸੀਂ ਟੂਲ ਨੂੰ ਐਂਡ ਵਰਕਪੀਸ ਦੋਨਾਂ ਨੂੰ ਅਟੈਚ ਕੀਤਾ ਹੋਇਆ। ਔਰ ਕਿਸ ਤਰੀਕੇ ਨਾਲ ਅਟੈਚ ਕੀਤਾ ਕਿ ਜੋ ਸਾਡਾ ਵਰਕਪੀਸ ਹੈ ਉਸ ਨੂੰ ਅਸੀਂ ਪੋਜ਼ਿਟਿਵਲੀ ਜੁਆਇਨ ਕਰਕੇ ਇਹਨੂੰ ਅਸੀਂ ਨਾਮ ਦਿੱਤਾ ਐਨੋਡ ਦਾ, ਐਂਡ ਨੈਗੇਟਿਵਲੀ ਚਾਰਜ ਅਸੀਂ ਟੂਲ ਬਣਾ ਕੇ ਇਸ ਨੂੰ ਨਾਮ ਦਿੱਤਾ ਅਸੀਂ ਕੈਥੋਡ ਦਾ। ਸੋ ਇਸ ਕੇਸ ਦੇ ਵਿੱਚ ਹੁਣ ਪੂਰੇ ਸੈਟਅਪ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਸਾਡੇ ਕੋਲ ਇੱਕ ਟੱਬ ਹੈ, ਇੱਕ ਕੰਟੇਨਰ ਹੈ ਜਿਸ ਦੇ ਵਿੱਚ ਸਾਡਾ ਬੇਸ ਦੇ ਉੱਤੇ ਵਰਕਪੀਸ ਪਿਆ ਹੈ ਫਿਕਸਚਰ ਦੇ ਉੱਤੇ, ਔਰ ਇਸ ਦੇ ਅੰਦਰ ਸਾਡੇ ਕੋਲ ਇੱਕ ਡਾਈ ਇਲੈਕਟ੍ਰਿਕ ਫਲੂਇਡ ਹੈ ਔਰ ਨਾਲ ਹੀ ਸਾਡੇ ਕੋਲ ਇੱਥੇ ਜੋ ਟੂਲ ਹੈ ਉਹ ਟੂਲ ਦੀ ਮੂਵਮੈਂਟ ਇਹ ਕੰਟਰੋਲ ਕਰੇਗਾ ਰੈਕ ਐਂਡ ਪਿਨੀਅਨ ਸਿਸਟਮ। ਔਰ ਇਸ ਨੂੰ ਅੱਗੇ ਫਰਦਰ ਅਸੀਂ ਅਟੈਚ ਕੀਤਾ ਹੋਇਆ ਰਿਡਕਸ਼ਨ ਗੀਅਰ ਬਾਕਸ ਦੇ ਨਾਲ, ਔਰ ਇਹਨੂੰ ਫਰਦਰ ਅਸੀਂ ਕੰਟਰੋਲ ਕਰ ਰਹੇ ਹਾਂ ਸਰਵੋ ਮੋਟਰਸ ਦੇ ਨਾਲ, ਸਰਵੋ ਕੰਟਰੋਲਸ ਦੇ ਨਾਲ, ਔਰ ਇਹ ਸਰਵੋ ਕੰਟਰੋਲਸ ਨੂੰ ਅਸੀਂ ਪਾਵਰ ਦਿੱਤੀ ਹੋਈ ਹੈ ਐਜ਼ ਇਟ ਇਜ਼, ਔਰ ਨਾਲ ਇੱਥੇ ਇੱਕ ਕੈਪੈਸਿਟਰ ਅਟੈਚ ਕੀਤਾ ਹੋਇਆ। ਅੱਗੇ ਅਸੀਂ ਗੱਲ ਕਰਦੇ ਹਾਂ ਜੀ ਇਹਦੇ ਪ੍ਰਿੰਸੀਪਲ ਦੇ ਬਾਰੇ। ਕਹਿੰਦਾ ਪ੍ਰਿੰਸੀਪਲ ਇਨਵੋਲਵਸ ਇਨ ਦ ਇਲੈਕਟ੍ਰਿਕ ਡਿਸਚਾਰਜ ਮਸ਼ੀਨਿੰਗ ਇਜ਼ ਦੈਟ ਦ ਵਰਕਪੀਸ ਐਂਡ ਦ ਟੂਲ ਆਰ ਸੈਪਰੇਟਿਡ ਬਾਈ ਦ ਗੈਪ ਨੋਨ ਐਜ਼ ਸਪਾਰਕ ਗੈਪ, which is usually varies from 0.005 mm to 0.05 mm। कि इस दे प्रिंसीपल दे विच की चीज़ है
ਕਿ ਜਦੋਂ ਇੱਕ ਮਸ਼ੀਨਿੰਗ ਦੇ ਵਿੱਚ ਇਲੈਕਟ੍ਰਿਕ ਡਿਸਚਾਰਜ ਮਸ਼ੀਨਿੰਗ ਦੇ ਵਿੱਚ ਜੋ ਵਰਕ ਪੀਸ ਹੋਏਗਾ ਤਾਂ ਜੋ ਸਾਡਾ ਟੂਲ ਹੋਏਗਾ ਉਹਨਾਂ ਨੂੰ ਅਸੀਂ ਗੈਪ ਦੇ ਥਰੂ ਸੈਪਰੇਟ ਰੱਖਿਆ ਜਾਊਗਾ, ਉਹਨਾਂ ਦੇ ਵਿੱਚ ਫਿਜ਼ੀਕਲ ਕੰਟੈਕਟ ਨਹੀਂ ਹੋਊਗਾ। ਔਰ ਉਹ ਸਪਾਰਕ ਗੈਪ ਸਾਡੇ ਕੋਲ ਕਿੰਨਾ ਹੋ ਸਕਦਾ ਉਸ ਦੀ ਵੈਲਿਊ ਉਹਨੇ ਕੁਝ ਦੇਤੀ, ਕਹਿੰਦਾ ਕਿ 0.005 mm ਤੋਂ ਲੈ ਕੇ 0.05 mm ਤੱਕ ਦਾ ਉਹ ਗੈਪ ਜਿਹੜਾ ਹੈ ਉਹ ਹੋ ਸਕਦਾ। ਔਰ ਇਸ ਦੌਰਾਨ ਜਦੋਂ ਅਸੀਂ ਇੱਕ ਸਰਕਟ ਦੀ ਵੋਲਟੇਜ ਜਿਸ ਦੀ ਵੈਲਿਊ ਹੋਊਗੀ ਸਾਡੇ ਕੋਲ 50 to 450 ਵੋਲਟ, ਇਹ ਜਦੋਂ ਅਸੀਂ ਉਸ ਗੈਪ ਦੇ ਵਿੱਚ ਅਸੀਂ ਅਪਲਾਈ ਕਰਾਂਗੇ ਵਰਕ ਪੀਸ ਤੇ ਟੂਲ ਨੂੰ, ਜਿਹਦੇ ਵਿੱਚ ਅਸੀਂ ਇੱਕ ਕੈਥੋਡ ਬਣਾ ਲਿਆ, ਇੱਕ ਅਸੀਂ ਐਨੋਡ ਬਣਾਇਆ, ਤਾਂ ਉਸ ਦੇ ਅੰਦਰ ਜੋ ਡਾਈ ਇਲੈਕਟ੍ਰਿਕ ਫਲੂਇਡ ਅਸੀਂ ਇੰਟਰੋਡਿਊਸ ਕੀਤਾ ਹੋਇਆ, ਜੋ ਅਸੀਂ ਦੇਖਿਆ ਸੀ ਕਿ ਸੈਟਅਪ ਦੇ ਵਿੱਚ ਬਾਥਿੰਗ ਟਬ ਦੇ ਵਿੱਚ ਅਸੀਂ ਇਲੈਕਟ੍ਰੋਲਾਈਟ ਲਿਆ ਸੀ, ਜੋ ਡਾਈ ਇਲੈਕਟ੍ਰਿਕ ਅਸੀਂ ਫਲੂਇਡ ਲਿਆ ਸੀ। ਸੋ ਉਸ ਦੇ ਅੰਦਰ ਕੀ ਹੈ, ਇਲੈਕਟ੍ਰੋਨ ਜਿਹੜੇ ਨੇ ਉਹ ਸਟਾਰਟ ਹੋ ਜਾਣਗੇ ਮੂਵ ਕਰਨਾ ਫਰੋਮ ਕੈਥੋਡ, ਕਿ ਕੈਥੋਡ ਤੋਂ ਐਨੋਡ ਵੱਲੋਂ ਮੂਵ ਕਰਨਾ ਸਟਾਰਟ ਕਰ ਜਾਣਗੇ। ਕਿਹਦੇ ਕਰਕੇ? ਇਲੈਕਟ੍ਰੋਸਟੈਟਿਕ ਫੀਲਡ ਕਰਕੇ। ਐਂਡ ਜਿਹੜਾ ਉਹ ਗੈਪ ਹੋਏਗਾ ਉਹ ਆਇਓਨਾਈਜ਼ਡ ਫਾਰਮ ਦੇ ਵਿੱਚ ਆ ਜਾਏਗਾ। ਤੋ the discharge of the electrical energy and the resistance results in an electrical breakdown producing electric spark which impinges on the surface of the workpiece। ਕੀ ਹੋਊਗਾ ਕਿ ਡਿਸਚਾਰਜ ਹੋਣ ਕਰਕੇ ਇਲੈਕਟ੍ਰੀਕਲ એનર્ਜੀ ਦਾ ਤੇ ਰੈਜ਼ਿਸਟੈਂਸ ਕਰਕੇ ਉਸ ਦੇ ਅੰਦਰ ਕੁਝ ਇਲੈਕਟ੍ਰੀਕਲ ਬ੍ਰੇਕਡਾਊਨ ਆ ਜਾਊਗਾ, ਜਿਸ ਦੇ ਕਰਕੇ ਉਹ ਜਿਹੜਾ ਵਰਕ ਪੀਸ ਹੈ ਉਸ ਦੇ ਸਰਫੇਸ ਦੇ ਉੱਤੇ ਕੁਝ ਜਿਹੜੀ ਹੈ ਇੰਪਿੰਜਮੈਂਟ ਹੋ ਜਾਊਗੀ, ਕੁਝ ਮਟੀਰੀਅਲ ਰਿਮੂਵ ਹੋਣਾ ਸਟਾਰਟ ਹੋ ਜਾਊਗਾ। ਦ ਸਾਈਕਲ ਇਜ਼ ਕੰਪਲੀਟਡ ਇਨ ਅ ਫਿਊ ਮਾਈਕਰੋ ਸੈਕਿੰਡਸ। ਜਿਹੜਾ ਕਿ ਇਹ ਸਾਰੇ ਦਾ ਸਾਰਾ ਜਿਹੜਾ ਪ੍ਰੋਸੈਸ ਹੈ ਬਹੁਤ ਹੀ ਛੋਟੇ ਸਮੇਂ ਦੇ ਵਿੱਚ ਇਹ ਕੰਪਲੀਟ ਹੋ ਜਾਂਦਾ, ਮਾਈਕਰੋ ਸੈਕਿੰਡਸ ਦਾ ਵੀ ਟਾਈਮ ਮਸਾਂ ਲੱਗਦਾ। The spark discharges hit the workpiece and the large force and velocity resulting in the development of the very high temperature in the range of about 10,000 degrees centigrade। ਕਿ ਜਿਹੜਾ ਉਹ ਸਾਡੇ ਕੋਲ ਸਪਾਰਕ ਹੈ ਇੰਨੀ ਹਾਈ ਸਪੀਡ ਤੇ ਫੋਰਸ ਦੇ ਨਾਲ ਉਹਦੇ ਅੰਦਰ ਪ੍ਰੋਡਿਊਸ ਹੁੰਦਾ ਕਿ ਉੱਥੇ ਜਿਹੜਾ ਟੈਂਪਰੇਚਰ ਹੈ ਉਹ ਕਾਫੀ ਜ਼ਿਆਦਾ ਵੱਧ ਜਾਂਦਾ, ਜਿਹੜਾ ਕਿ 10,000 ਡਿਗਰੀ ਸੈਂਟੀਗ੍ਰੇਡ ਤੱਕ ਵੀ ਹੋ ਸਕਦਾ ਹੈ। ਕਹਿੰਦੇ ਇਸ ਦੇ ਕਰਕੇ ਕੀ ਹੋਊਗਾ, ਜੋ ਸਾਡਾ ਮੈਟਲ ਹੈ ਉਹ ਮੈਲਟ ਹੋਣਾ ਸਟਾਰਟ ਹੋ ਜਾਊਗਾ ਔਰ ਉਸ ਦਾ ਕੁਝ ਜੋ ਪੋਰਸ਼ਨ ਹੈ ਉਹ ਵੇਪਰਾਈਜ਼ ਹੋ ਕੇ ਉੱਡ ਜਾਊਗਾ। These vaporized or melted particles of the metal are thrown into the gap by the electrostatic and electromagnetic forces which are driven away by the flowing dielectric। ਕਿ ਜਿਹੜਾ ਇਹ ਵੇਪਰਾਈਜ਼ ਤੇ ਮੈਲਟਡ ਪਾਰਟੀਕਲ ਜਿਹੜੇ ਉੱਥੇ ਹੁਣ ਗੈਪ ਦੇ ਵਿੱਚ ਹੈਗੇ ਆ ਉਹ ਆ ਜਾਣਗੇ, ਇਹ ਇਲੈਕਟ੍ਰੋਸਟੈਟਿਕ ਤੇ ਇਲੈਕਟ੍ਰੋਮੈਗਨੈਟਿਕ ਫੋਰਸ ਦੇ ਦੁਆਰਾ ਇਹ ਜਿਹੜੇ ਆ ਫਲਸ਼ ਆਊਟ ਹੋ ਕੇ ਆਪਣੇ ਡਾਈਇਲੈਕਟ੍ਰਿਕ ਫਲੂਇਡ ਦੇ ਵਿੱਚ ਆ ਜਾਣਗੇ ਔਰ ਜਿਸ ਦੇ ਨਾਲ ਉਹ ਜਿਹੜਾ ਪੋਰਸ਼ਨ ਹੈ ਸਾਡਾ ਕਲੀਅਰ ਹੋ ਜਾਊਗਾ ਗੈਪ ਦਾ। The rate of the metal removal depends upon the discharge of current, duration of the pulse and the rate of the pulse repetition। ਕਿ ਜਿਹੜਾ ਮਟੀਰੀਅਲ ਰਿਮੂਵਲ ਰੇਟ ਹੈ ਉਹ ਡਿਪੈਂਡ ਕਰਦਾ ਆਪਣੇ ਕੋਲ 3 ਪੈਰਾਮੀਟਰਸ ਦੇ ਉੱਤੇ, ਜਿਹਦੇ ਵਿੱਚ ਆਪਣੇ ਕੋਲ ਡਿਸਚਾਰਜ ਰੇਟ ਕੀ ਹੈ, ਕਿਸ ਰੇਟ ਤੇ ਅਸੀਂ ਕਰੰਟ ਫਲੋ ਕਰਾ ਰਹੇ ਹਾਂ, ਡਿਊਰੇਸ਼ਨ ਆਫ ਦਾ ਪਲਸ ਕਿ ਜਿਹੜੀ ਆਪਣੇ ਕੋਲ ਕਰੰਟ ਜਾ ਰਹੀ ਹੈ ਉਹਦੀ ਪਲਸ ਕਿੰਨੀ ਹੈ, ਕਿਸ ਰੇਟ ਤੇ ਉਹ ਪਲਸ ਦੀ ਰੈਪੀਟੇਸ਼ਨ ਹੋ ਰਹੀ ਹੈ। ਦ ਮੋਸਟ ਕਾਮਨਲੀ ਟੂਲ ਯੂਜ਼ਡ ਮਟੀਰੀਅਲ ਕਿ ਜਿਹੜੇ ਇਹਦੇ ਵਿੱਚ ਆਪਣੇ ਕੋਲ ਟੂਲ ਯੂਜ਼ ਅਸੀਂ ਕਰਦੇ ਹਾਂ ਉਸਦੇ ਮਟੀਰੀਅਲ ਕਿਹੜੇ ਕਿਹੜੇ ਹੋ ਸਕਦੇ ਆ, ਜਿਹਦੇ ਵਿੱਚ ਅਸੀਂ ਕਾਪਰ ਯੂਜ਼ ਕਰ ਸਕਦੇ ਹਾਂ, ਬਰਾਸ ਹੈ, ਅਲੋਇਜ਼ ਆਫ ਜ਼ਿੰਕ ਹੈ, ਟਿਨ ਹੈ, ਕਾਪਰ ਟੰਗਸਟਨ ਹੈ, ਟੰਗਸਟਨ ਕਾਰਬਾਈਡ ਹੈ, ਕਾਪਰ ਗ੍ਰੇਫਾਈਟ ਹੈ ਜਾਂ ਗ੍ਰੇਫਾਈਟ ਹੈ। ਸੋ ਨੈਕਸਟ ਉਹ ਨੋਟ ਬਣਾ ਕੇ ਇੱਕ ਦੇ ਰਿਹਾ ਕਿ ਇਸ ਇੰਟਰਫੇਸ ਦੇ ਵਿੱਚ ਜਦੋਂ ਆਪਣੇ ਕੋਲ ਪੋਜ਼ਿਟਿਵਲੀ ਅਤੇ ਨੈਗੇਟਿਵਲੀ ਚਾਰਜਡ ਵਰਕ ਪੀਸ ਅਤੇ ਟੂਲ ਦੇ ਵਿੱਚ ਜਿਹੜਾ ਗੈਪ ਹੈ ਉਸ ਦੌਰਾਨ ਜਿਹੜਾ ਟੈਂਪਰੇਚਰ ਹੈ ਉਹ ਆਪਣੇ ਕੋਲ 12,000 ਡਿਗਰੀ ਸੈਂਟੀਗ੍ਰੇਡ ਤੱਕ ਵੀ ਪਹੁੰਚ ਸਕਦਾ ਹੈ ਔਰ ਜਿਸ ਦੇ ਕਰਕੇ ਹਾਈ ਟੈਂਪਰੇਚਰ ਹੋਣ ਕਰਕੇ ਉੱਥੇ ਜਿਹੜੇ ਮੈਟਲ ਹੈ ਪਰਟੀਕੂਲਰ ਪਲੇਸ ਦਾ ਉਹ ਮੈਲਟ ਹੋ ਕੇ ਕੁਝ ਪੋਰਸ਼ਨ ਉਹਦਾ ਵੈਪਰਾਈਜ਼ ਹੋ ਕੇ ਉੜ ਵੀ ਜਾਂਦਾ ਔਰ ਕੁਝ ਮੈਲਟ ਹੋ ਕੇ ਰਿਮੂਵ ਹੁੰਦਾ ਔਰ ਇਸ ਤਰੀਕੇ ਦੇ ਨਾਲ ਇਸ ਪ੍ਰੋਸੈਸ ਦੇ ਵਿੱਚ ਆਪਣੇ ਕੋਲ ਜਿਹੜੀ ਮਸ਼ੀਨਿੰਗ ਹੈ ਉਹ ਅਟੇਨ ਕੀਤੀ ਜਾਂਦੀ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਡਾਈ ਇਲੈਕਟ੍ਰਿਕ ਫਲੂਇਡਸ ਦੇ ਬਾਰੇ ਕਿ ਡਾਈ ਇਲੈਕਟ੍ਰਿਕ ਫਲੂਇਡਸ ਕੀ ਹੁੰਦੇ ਨੇ, ਉਹਨਾਂ ਦਾ ਕੀ ਫੰਕਸ਼ਨ ਹੈ। ਕਹਿੰਦੇ ਜਿਹੜਾ ਡਾਈ ਇਲੈਕਟ੍ਰਿਕ ਫਲੂਇਡ ਹੈ ਉਹ ਸਾਡੇ ਕੋਲ ਇਲੈਕਟ੍ਰੀਕਲੀ ਨਾਨ ਕੰਡਕਟਿੰਗ ਐਕਟ ਕਰਨਾ ਚਾਹੀਦਾ ਜਦੋਂ ਤੱਕ ਸਾਡੇ ਕੋਲ ਜਿਹੜੀ ਵੋਲਟੇਜ ਹੈ ਉਹ ਬ੍ਰੇਕਡਾਊਨ ਵੋਲਟੇਜ ਤੱਕ ਨਹੀਂ ਪਹੁੰਚ ਜਾਂਦੀ। ਸੋ ਨੈਕਸਟ ਉਹ ਗੱਲ ਕਰਦੇ ਆ ਇਟ ਸ਼ੁੱਡ ਰੈਪਿਡਲੀ ਕੁਐਂਚ ਦਾ ਸਪਾਰਕ ਐਂਡ ਡੀਆਇਨਾਈਜ਼ ਦਾ ਸਪਾਰਕ ਔਰ ਸਪਾਰਕ ਗੈਪ ਆਫਟਰ ਦਾ ਡਿਸਚਾਰਜ ਹੈਜ਼ ਅਕਰਡ। ਜਿਵੇਂ ਹੀ ਸਪਾਰਕ ਜਨਰੇਟ ਹੋਇਆ ਔਰ ਜਦੋਂ ਉਹਨੇ ਸਪਾਰਕ ਨੇ ਆਪਣਾ ਕੰਮ ਕਰ ਲਿਆ ਨਾਲ ਹੀ ਨਾਲ ਉਹਨੂੰ ਡੀਆਇਨਾਈਜ਼ ਕਰ ਦੇਵੇ, ਉਹਨੂੰ ਕੁਐਂਚ ਕਰ ਦੇਵੇ, ਮਤਲਬ ਕਿ ਉਸ ਦਾ ਜੋ ਫੰਕਸ਼ਨ ਹੈ ਉਹਨੂੰ ਨਿਊਟਰਲਾਈਜ਼ ਕਰ ਦੇਵੇ। ਸੋ ਇਹ ਵੀ ਕੰਮ ਡਾਈ ਇਲੈਕਟ੍ਰਿਕ ਫਲੂਇਡ ਦਾ ਹੈ। ਇਟ ਸ਼ੁੱਡ ਪ੍ਰੋਵਾਈਡ ਇਫੈਕਟਿਵ ਕੂਲਿੰਗ ਮੀਡੀਅਮ
ਕਿ ਜਦੋਂ ਆਪਾਂ ਨੂੰ ਪਤਾ ਹੈ ਕਿ ਉੱਥੇ ਸਪਾਰਕਿੰਗ ਹੋਣੀ ਹੈ ਤਾਂ ਟੈਂਪਰੇਚਰ ਕਾਫੀ ਜ਼ਿਆਦਾ ਹਾਈ ਹੋ ਜਾਂਦਾ, ਤਾਂ ਉਸ ਟਾਈਮ ਕੂਲਿੰਗ ਦਾ ਵੀ ਕੰਮ ਕਰਦਾ ਹੈ। ਇਟ ਸ਼ੁੱਡ ਕੈਰੀ ਅਵੇ ਦ ਪਾਰਟੀਕਲਸ ਇਨ ਸਸਪੈਂਸ਼ਨ ਅਵੇ ਫਰੋਮ ਦ ਵਰਕਿੰਗ ਗੈਪ, ਕਿ ਵਰਕਿੰਗ ਗੈਪ ਜਿਹੜਾ ਅਸੀਂ ਜਨਰੇਟ ਕੀਤਾ ਹੈ ਟੂਲ ਤੇ ਵਰਕਪੀਸ ਦੇ ਇਨ ਬਿਟਵੀਨ, ਤਾਂ ਉਸ ਟਾਈਮ ਉਸ ਜਗ੍ਹਾ 'ਤੇ ਜਿਹੜੇ ਰਿਮੂਵਡ ਪਾਰਟੀਕਲਸ ਨੇ ਜਿਹੜੇ ਕਿ ਫਲਸ਼ ਆਊਟ ਅਸੀਂ ਕਰਨੇ ਆ, ਉਹਨਾਂ ਨੂੰ ਵੀ ਰਿਮੂਵ ਕਰਨ ਦਾ, ਫਲਸ਼ ਆਊਟ ਕਰਨ ਦਾ ਕੰਮ ਇਹ ਕਰੇ। ਇਟ ਸ਼ੁੱਡ ਹੈਵ ਗੁੱਡ ਡਿਗਰੀ ਆਫ ਫਲੂਇਡਿਟੀ, ਉਹਦੀ ਫਲੂਇਡਿਟੀ ਬਹੁਤ ਵਧੀਆ ਹੋਣੀ ਚਾਹੀਦੀ ਹੈ। ਇਟ ਸ਼ੁੱਡ ਬੀ ਚੀਪ ਐਂਡ ਈਜ਼ੀਲੀ ਅਵੇਲੇਬਲ, ਚੀਪ ਹੋਵੇ, ਸਸਤਾ ਹੋਵੇ ਔਰ ਈਜ਼ੀਲੀ ਅਵੇਲੇਬਲ ਵੀ ਹੋਣਾ ਚਾਹੀਦਾ। ਅੱਗੇ ਉਹ ਗੱਲ ਕਰ ਰਿਹਾ ਜੀ ਜਿਹੜੇ ਕਾਮਨਲੀ ਡਾਈ ਇਲੈਕਟ੍ਰਿਕ ਫਲੂਇਡ ਅਸੀਂ ਯੂਜ਼ ਕਰ ਸਕਦੇ ਹਾਂ, ਕਿਹੜੇ ਕਿਹੜੇ ਹੋ ਸਕਦੇ ਨੇ, ਜਿਵੇਂ ਕਿ ਹਾਈਡਰੋਕਾਰਬਨ ਆਇਲਸ ਨੇ, ਸਚ ਐਜ਼ ਕੈਰੋਸੀਨ ਹੈ, ਪੈਰਾਫਿਨ ਹੈ, ਟਰਾਂਸਫਾਰਮਰ ਆਇਲ ਹੈ। To make an aqueous solution 40% of these oils are mixed with water by volume, ਕਿ ਜਦੋਂ ਅਸੀਂ ਐਕੁਅਸ ਸੋਲਿਊਸ਼ਨ ਬਣਾਉਂਦੇ ਹਾਂ, ਜਦੋਂ ਅਸੀਂ ਡਾਈਇਲੈਕਟ੍ਰਿਕ ਫਲੂਇਡ ਬਣਾਉਂਦੇ ਹਾਂ ਤਾਂ 40% ਜਿਹੜਾ ਹੈ ਉਹ ਅਸੀਂ ਤੇਲ ਯੂਜ਼ ਕਰਦੇ ਹਾਂ ਇਹਨਾਂ ਦੇ ਵਿੱਚੋਂ ਕੋਈ ਵੀ, ਅਤੇ ਆਪਣੇ ਕੋਲ ਬਾਕੀ ਦਾ 60% ਵਾਟਰ ਹੋਊਗਾ ਬਾਈ ਵੋਲਿਊਮ। ਇਸ ਚੀਜ਼ ਦਾ ਧਿਆਨ ਰੱਖਣਾ। ਦੋ ਵਾਟਰ ਬੀਂਗ ਐਨ ਇਲੈਕਟ੍ਰੀਕਲ ਕੰਡਕਟਰ ਗਿਵਜ਼ ਅ ਮੈਟਲ ਰਿਮੂਵਲ ਰੇਟ ਆਫ ਅਬਾਊਟ 40%, ਕਿ ਜਿਹੜਾ ਆਪਣੇ ਕੋਲ ਵਾਟਰ ਹੈ ਅਸੀਂ ਯੂਜ਼ ਕੀਤਾ, ਇਲੈਕਟ੍ਰੀਕਲ ਕੰਡਕਟਿਵ ਹੈ, ਸਾਨੂੰ ਪਤਾ ਹੈ ਬਹੁਤ ਅੱਛੀ ਤਰ੍ਹਾਂ, ਔਰ ਸਾਨੂੰ ਇਹ ਮਟੀਰੀਅਲ ਰਿਮੂਵਲ ਰੇਟ ਦਿੰਦਾ ਹੈ 40% ਦੇ ਨੀਅਰ ਅਬਾਊਟ। Therefore, for the better cooling and carrying away the particles in suspension from the working gap, the aqueous solutions are used, ਕਿ ਆਪਣੇ ਕੋਲ ਬੈਟਰ ਕੂਲਿੰਗ ਦੇ ਵਾਸਤੇ ਅਤੇ ਜਿਹੜੇ ਪਾਰਟੀਕਲਸ ਰਿਮੂਵ ਕੀਤੇ ਗਏ ਨੇ, ਸਸਪੈਂਡਡ ਪਾਰਟੀਕਲਸ ਜਿਹੜੇ ਨੇ, ਉਹਨਾਂ ਨੂੰ ਵਰਕਿੰਗ ਗੈਪ ਦੇ ਵਿੱਚੋਂ ਹਟਾਉਣ ਦੇ ਲਈ ਐਕੁਅਸ ਸੋਲਿਊਸ਼ਨ ਜਿਹੜਾ ਮੋਸਟਲੀ ਅਸੀਂ ਯੂਜ਼ ਕਰਦੇ ਹਾਂ। ਨੈਕਸਟ ਉਹ ਨਾਲ ਹੀ ਇੱਕ ਨੋਟ ਬਣਾ ਕੇ ਦੇ ਰਿਹਾ, ਕਹਿੰਦਾ ਜਿਹੜਾ ਡਾਈ ਇਲੈਕਟ੍ਰਿਕ ਅਸੀਂ ਯੂਜ਼ ਕਰਨਾ ਹੈ ਉਹ ਫਿਲਟਰਡ ਫਾਰਮ ਦੇ ਵਿੱਚ ਅਸੀਂ ਯੂਜ਼ ਕਰਨਾ, ਤਾਂ ਕਿ ਜਿਹੜੇ ਗੈਪ ਦੇ ਵਿੱਚੋਂ ਉਹ ਕੁਛ ਸਸਪੈਂਡਡ ਪਾਰਟੀਕਲਸ ਆਪਣੇ ਨਾਲ ਫਲਸ਼ ਆਊਟ ਕਰਕੇ ਲੈ ਕੇ ਆਇਆ ਸੀ, ਉਹ ਦੁਬਾਰਾ ਵਰਕਿੰਗ ਕੰਡੀਸ਼ਨ, ਵਰਕਿੰਗ ਏਰੀਆ ਦੇ ਵਿੱਚ ਨਾ ਪਹੁੰਚ ਸਕਣ, ਔਰ ਜਿਹੜੀ ਸਾਡੀ ਮਸ਼ੀਨ ਦੀ ਐਕੂਰੇਸੀ ਹੈ ਉਹਨੂੰ ਪ੍ਰਭਾਵਿਤ ਨਾ ਕਰ ਸਕੇ। ਨੈਕਸਟ ਹੈ ਜੀ ਨਾਲ ਉਹ ਗੱਲ ਕਰ ਰਹੇ ਕੁਛ ਐਪਲੀਕੇਸ਼ਨਸ ਆਫ ਦ ਇਲੈਕਟ੍ਰੀਕਲ ਡਿਸਚਾਰਜ ਮਸ਼ੀਨਿੰਗ, ਕਿ ਕਿੱਥੇ ਕਿੱਥੇ ਅਸੀਂ ਯੂਜ਼ ਕਰਦੇ ਹਾਂ। ਇਟ ਇਜ਼ ਯੂਜ਼ਡ ਫॉर ਮੈਨੂਫੈਕਚਰਿੰਗ ਆਫ ਦ ਟੂਲ ਹੈਵਿੰਗ ਦ ਕੰਪਲੀਕੇਟਡ ਪ੍ਰੋਫਾਈਲਸ, ਕਿ ਜਿਹੜੇ ਆਪਣੇ ਕੋਲ ਕੁਛ ਟੂਲਸ ਨੇ ਜਿਨ੍ਹਾਂ ਦੇ ਕੰਪਲੀਕੇਟਡ ਪ੍ਰੋਫਾਈਲਸ ਹੁੰਦੇ ਨੇ, ਉਹ ਅਸੀਂ ਇਸ ਪ੍ਰੋਸੈਸ ਦੇ ਨਾਲ ਜਨਰੇਟ ਕਰਦੇ ਹਾਂ। ਇਟ ਇਜ਼ ਯੂਜ਼ਡ ਟੂ ਪ੍ਰੋਵਾਈਡ ਇਕਨੋਮਿਕ ਐਡਵਾਂਟੇਜ ਫॉर ਮੇਕਿੰਗ ਅ ਸਟੈਂਪਿੰਗ ਟੂਲਸ, ਜਿੰਨੇ ਵੀ ਆਪਣੇ ਕੋਲ ਸਟੈਂਪਿੰਗ ਟੂਲਸ ਨੇ ਉਹਨਾਂ ਨੂੰ ਇਕਨੋਮਿਕਲੀ ਡਿਜ਼ਾਈਨ ਕਰਨ ਦੇ ਲਈ ਅਸੀਂ ਇਸ ਪ੍ਰੋਸੈਸ ਦਾ ਯੂਜ਼ ਕਰਦੇ ਹਾਂ, ਸਚ ਐਜ਼ ਵਾਇਰ ਡਰਾਇੰਗ, ਐਕਸਟਰੂਜ਼ਨ ਡਾਈਜ਼, ਫੋਰਜਿੰਗ ਡਾਈਜ਼ ਐਂਡ ਇੰਟੀਗ੍ਰੇਟਿਡ ਮੋਲਡ ਕੈਵਿਟੀਜ਼, ਕਿ ਇਸ ਪ੍ਰੋਸੈਸ ਦੇ ਵਿੱਚ ਜਿੰਨੇ ਵੀ ਆਪਣੇ ਕੋਲ ਕੰਪਲੀਕੇਟਡ ਪ੍ਰੋਫਾਈਲਸ ਨੇ, ਇਹਨਾਂ ਦੇ ਵਿੱਚ ਜਿਹੜੇ ਟੂਲਸ ਯੂਜ਼ ਹੁੰਦੇ ਨੇ ਸਟੈਂਪਿੰਗ ਵਾਸਤੇ, ਉਹ ਉਹਨਾਂ ਨੂੰ ਆਪਾਂ ਇਸ ਪ੍ਰੋਸੈਸ ਦੇ ਥਰੂ ਬਣਾਉਂਦੇ ਹਾਂ। ਅੱਗੇ ਉਹ ਗੱਲ ਕਰ ਰਿਹਾ ਜੀ ਇਟ ਇਜ਼ ਯੂਜ਼ਡ ਫॉर ਮਸ਼ੀਨਿੰਗ ਮਟੀਰੀਅਲਸ ਯੂਜ਼ਡ ਇਨ ਐਰੋਸਪੇਸ ਇੰਡਸਟਰੀਜ਼, ਕਿ ਜਿੰਨੇ ਵੀ ਐਰੋਸਪੇਸ ਇੰਡਸਟਰੀਜ਼ ਦੇ ਵਿੱਚ ਮਸ਼ੀਨਿੰਗ ਮਟੀਰੀਅਲ ਨੇ ਉਹ ਆਪਾਂ ਇਸ ਪ੍ਰੋਸੈਸ ਦੇ ਨਾਲ ਮਸ਼ੀਨ ਕਰਦੇ ਹਾਂ। ਇਟ ਇਜ਼ ਯੂਜ਼ ਟੂ ਮਸ਼ੀਨ ਹਾਰਡ ਕਾਰਬਾਈਡ ਐਂਡ ਹਾਰਡਨੇਬਲ ਸਟੀਲਸ, ਕਿ ਜਿੰਨੇ ਵੀ ਆਪਣੇ ਕੋਲ ਕਾਰਬਾਈਡ ਦੇ ਕੰਪੋਨੈਂਟਸ ਨੇ ਜਾਂ ਹਾਰਡਨੇਬਲ ਸਟੀਲਸ ਦੇ ਕੰਪੋਨੈਂਟਸ ਨੇ, ਉਹਨਾਂ ਨੂੰ ਆਪਾਂ ਇਸ ਪ੍ਰੋਸੈਸ ਦੇ ਨਾਲ ਮਸ਼ੀਨ ਕਰਦੇ ਹਾਂ। ਇਸ ਤੋਂ ਇਲਾਵਾ ਇਟ ਇਜ਼ ਯੂਜ਼ਡ ਫॉर ਫਾਈਨ ਕਟਿੰਗ ਵਿਦ ਥ੍ਰੈਡ ਸ਼ੇਪਡ ਇਲੈਕਟ੍ਰੋਡ, ਕਿ ਆਪਣੇ ਕੋਲ ਥ੍ਰੈਡ ਸ਼ੇਪਡ ਇਲੈਕਟ੍ਰੋਡ ਨੂੰ ਯੂਜ਼ ਕਰਕੇ ਫਾਈਨ ਕਟਿੰਗ ਵਾਸਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਇਟ ਇਜ਼ ਯੂਜ਼ਡ ਫॉर ਡਰਿਲਿੰਗ ਮਾਈਕਰੋ ਹੋਲਸ, ਥ੍ਰੈਡ ਕਟਿੰਗ ਐਂਡ ਕਰਵਡ ਹੋਲ ਡਰਿਲਿੰਗਸ, ਕਿ ਸਪੋਜ਼ ਜਦੋਂ ਆਪਣੇ ਕੋਲ ਮਾਈਕਰੋ ਹੋਲਸ ਆਪਾਂ ਜਨਰੇਟ ਕਰਨੇ ਆ, ਇਸ ਪ੍ਰੋਸੈਸ ਦੇ ਨਾਲ ਅਸੀਂ ਕਰ ਸਕਦੇ ਹਾਂ। ਥ੍ਰੈਡ ਕਟਿੰਗ ਕਰ ਸਕਦੇ ਹਾਂ, ਜਾਂ ਜਿਹੜੇ ਆਪਣੇ ਕੋਲ ਜਿਹੜੇ ਹੋਲਸ ਸਟ੍ਰੇਟ ਨਹੀਂ ਹੈਗੇ, ਕਰਵਡ ਹੋਲਸ ਨੇ, ਉਹਨਾਂ ਨੂੰ ਆਪਾਂ ਇਸ ਪ੍ਰੋਸੈਸ ਦੇ ਨਾਲ ਅਚੀਵ ਕਰ ਸਕਦੇ ਹਾਂ। ਨੈਕਸਟ ਉਹ ਗੱਲ ਕਰ ਰਿਹਾ ਇਹਦੇ ਕੁਛ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ ਦੇ ਬਾਰੇ, ਸਟੈਪ ਬਾਏ ਸਟੈਪ ਗੱਲ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਉਹ ਗੱਲ ਕਰ ਰਿਹਾ, ਕਹਿੰਦਾ ਇਹਦੇ ਐਡਵਾਂਟੇਜਿਸ ਕੁਛ ਇਸ ਤਰੀਕੇ ਦੇ ਨਾਲ ਨੇ। ਦ ਪ੍ਰੋਸੈਸ ਇਜ਼ ਅਪਲਾਈਡ ਫॉर all electrically conducting metals and alloys irrespective of their melting point, hardness, toughness or brittleness, ਕਿ ਜਦੋਂ ਆਪਾਂ ਮੈਟਲਸ ਦੀ ਗੱਲ ਕਰਦੇ ਹਾਂ, ਮੈਟਲ ਦੇ ਅਲੋਇਜ਼ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦੀ ਮਸ਼ੀਨਿੰਗ ਕਰਨੀ ਹੈ ਤਾਂ ਇਸ ਪ੍ਰੋਸੈਸ ਦੇ ਥਰੂ ਅਸੀਂ ਕਰ ਸਕਦੇ ਹਾਂ। ਔਰ ਇਸ ਦੌਰਾਨ ਉਹਨਾਂ ਮਟੀਰੀਅਲਸ ਦਾ ਮੈਲਟਿੰਗ ਪੁਆਇੰਟ ਕਿੰਨਾ ਹੈ, ਉਹਨਾਂ ਦੀ ਹਾਰਡਨੈਸ ਕਿੰਨੀ ਹੈ, ਉਹਦੀ ਟਫਨੈਸ ਕਿੰਨੀ ਹੈ, ਉਹਦੀ ਬ੍ਰਿਟਲਨੈਸ ਕਿੰਨੀ ਹੈ, ਇਹ ਚੀਜ਼ਾਂ ਇਹਨੂੰ ਇੰਪੈਕਟ ਨਹੀਂ ਕਰਦੀਆਂ। ਜਿੰਨੀਆਂ ਵੀ ਕੰਪਲੀਕੇਟਡ ਸ਼ੇਪਸ ਨੇ ਉਹ ਆਪਾਂ ਇਸ ਦੇ ਥਰੂ ਬਣਾ ਸਕਦੇ ਹਾਂ, ਜਿਵੇਂ ਕਿ ਟੂਲਸ ਨੇ ਕਈ ਜਿਨ੍ਹਾਂ ਦੀਆਂ ਸ਼ੇਪਸ ਕਾਫੀ ਕੰਪਲੀਕੇਟਡ ਹੁੰਦੀਆਂ ਨੇ, ਉਹ ਜਨਰੇਟ ਕਰ ਸਕਦੇ ਹਾਂ। ਟੂ ਰੀਪਰੋਡਿਊਸ ਔਨ ਵਰਕਪੀਸ, ਕਿ ਜਿਨ੍ਹਾਂ ਨੂੰ ਅਸੀਂ ਉਹੀ ਟੂਲ ਦਾ ਪ੍ਰੋਫਾਈਲ ਯੂਜ਼ ਕਰਕੇ ਵਰਕਪੀਸ ਜਨਰੇਟ ਕਰਨਾ ਹੈ ਤਾਂ ਉਹ ਵੀ ਆਪਾਂ ਇਹਦੇ ਨਾਲ ਜਨਰੇਟ ਕਰ ਸਕਦੇ ਹਾਂ।
इट इज़ अ क्विकर प्रोसैस टू सेव मशीनिंग टाइम, कि बहुत ही फास्ट प्रोसैस है, मशीनिंग टाइम ਨੂੰ सेव करता है। हार्डर मटीरियल्स कैन बी मशीनड विदाउट डिस्टॉर्शन ऑफ द वर्क पीस, कि जिन्ने अपने कोल हार्ड मटीरियल्स ने उन्होंने आप इस प्रोसैस के थ्रू मशीन आउट कर सकते हैं और उस दौरान वो अंदर कोई किसी तरह की डिस्टॉर्शन या इफैक्ट्स हार्मफुल इफैक्ट्स जोड़े है नहीं आते, इनएक्यूरेसी नहीं आती। No mechanical stresses occurs as there is no physical contact between the tool and the workpiece, कि जिमें सानू पता ही है कि वर्कपीस ते टूल दे विच कोई फिजिकल कॉन्टैक्ट नहीं हैगा, तो उस दौरान जिन्ने भी मकैनिकल स्ट्रैसिस जिहड़ियां बिल्डअप होंदियां ने मटीरियल्स दे अंदर वो इहदे विच नहीं होंदियां। नाल ही वो गल कर रहा जी, ये कुछ नाल कुछ डिसएडवांटेजिस भी ने, जिमें कि पावर कंजप्शन इज़ हाई, रीप्रोडक्शन ऑफ द शार्प कॉर्नर इज़ डिफिकल्ट, कि सपोज मैं कोई शार्प कॉर्नर जिहड़ा सी वो बिल्टअप किया वो मेरे को ख़राब हो गया, वो रिप्रोडक्शन जो करनी है तो वो जी है काफ़ी कंपलीकेटेड है। टूल वियर रेशियो इज़ हाई, वियर रेशियो ऑफ द ब्रास इलैक्ट्रोड इज़ 1:1, कहता कि जो टूल वियर जी है काफ़ी ज़्यादा ये हाई है, जिमें कि सानू पता कि स्पार्क जनरेट होंदा इन बिटवीन टूल एंड वर्क पीस, तो उस दौरान जी है टूल की भी जी है वियर वो नाल होंदी रहिंदी है। और ये एग्जाम्पल दे विच नाल दे रहा कि जोड़े असी ब्रास के इलैक्ट्रोड यूज़ करते हैं वो 1:1 जी है वो वियर आउट होंदा, मतलब एक जॉब बनाने दे विच एक टूल साडा खत्म। चांसिस ऑफ द सरफेस क्रैकिंग वैन द हायर एनर्जी पर पल्स इज़ यूज्ड, कहता जो अपने को सरफेस फिनिश है वो काफ़ी ज़्यादा लो मिलती है, रफनेस काफ़ी हाई मिलती है, या कह लीए कि सरफेस की जी क्रैकिंग है वो काफ़ी ज़्यादा हायर हो जाती है जदों साडे कोल एनर्जी पर पल्स इज़ यूज्ड। कहने का मतलब जदों साडे कोल इलैक्ट्रिक डिस्चार्ज इलैक्ट्रिक करंट असी वधा दईए तो उस दौरान सरफेस के अंदर क्रैकिंग आने स्टार्ट हो जाते हैं। नैक्सट वो गल कर रहे हैं ओनली इलैक्ट्रिकल कंडक्टिंग मटीरियल्स कैन बी मशीनड, जिमें कि चीज़ का आप एडवांटेज भी देखा सीगा कि अपने कोल जिन्ने मैटल्स ने या उन्होंने अलॉयज ने उन्होंने वास्ते ये पॉइंट एडवांटेज है, पर जोड़े होर मटीरियल्स ने जोड़े नॉन कंडक्टिव मटीरियल्स ने जिन्हों के विचों इलैक्ट्रिसिटी पार्ट्स नहीं हो सकती, उन्हों के विचों असी ये नहीं यूज़ कर सकते, उन्होंने वास्ते ये प्रोसैस असी नहीं यूज़ कर सकते फॉर इंसुलेटर्स। सो ये नाल ही ये वीडियो मेरे वालों खत्म है जी। होपफुली तुहानू काफ़ी वीडियो वधिया लग्या होएगा, काफ़ी यूजफुल रहा होएगा डाटा। सो किसी तरह की कोई प्रॉब्लम आई तो मैनू मैसेज करके जरूर दस्सिओ, कोई टॉपिक नहीं समझ लग्या। सो थैंक यू वेरी मच, सत श्री अकाल जी।